ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਹਾਡਾ ਸਵਾਗਤ ਹੈ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ। ਅੱਜ ਕਰਾਂਗੇ ਇਸ ਕਿਤਾਬ ਦੇ ਆਖਰੀ ਅਧਿਆਇ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਸਰਦਾਰ ਕਪੂਰ ਸਿੰਘ ਦੀ ਅਹਿਮ ਭੂਮਿਕਾ। ਜੇਕਰ ਪਿਛਲੇ ਅਧਿਆਏ ਸਰਬ ਪ੍ਰਤਿਸ਼ਠਿਤ ਇਤਿਹਾਸਕਾਰ ਦੀ ਗੱਲ ਕਰੀਏ ਤਾਂ ਇਸ ਵਿੱਚ ਲੇਖਕ ਨੇ ਡਾਕਟਰ ਗੰਡਾ ਸਿੰਘ ਜੀ ਬਾਰੇ ਲਿਖਿਆ ਸੀ। ਤੇ ਹੁਣ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦਾ ਆਖਰੀ ਅਧਿਆਏ, ਸਰਦਾਰ ਕਪੂਰ ਸਿੰਘ ਦੀ ਅਹਿਮ ਭੂਮਿਕਾ। ਸਰਦਾਰ ਸਾਹਿਬ ਨੇ ਘੱਟ ਹੀ ਕਿਸੇ ਕਿਤਾਬ ਦੀ ਭੂਮਿਕਾ ਲਿਖੀ ਹੈ, ਕਿਉਂਕਿ ਆਮ ਕਰਕੇ ਉਹਨਾਂ ਨੂੰ ਕੋਈ ਰਚਨਾ ਪਸੰਦ ਨਹੀਂ ਸੀ ਆਉਂਦੀ। ਪ੍ਰੋਫੈਸਰ ਮੋਹਨ ਸਿੰਘ ਦੀ ਆਪ ਨਾਲ ਕਾਫੀ ਡੂੰਗੀ ਸਾਂਝ ਰਹੀ ਹੈ। ਆਪ ਨੇ ਅਦਵਾਟੇ ਕਾਵ ਸੰਗ੍ਰਹਿ ਦੀ ਭੂਮਿਕਾ ਲਿਖ ਕੇ ਮੋਹਨ ਸਿੰਘ ਦੀ ਕਾਵ ਪ੍ਰਤਿਭਾ ਨੂੰ ਤਸਲੀਮ ਕੀਤਾ ਹੈ। ਮੋਹਨ ਸਿੰਘ ਦੀ ਕਵਿਤਾ ਦੇ ਮੂਲ ਤੱਤਾਂ ਬਾਰੇ ਸੰਖੇਪਿਤ ਪਰ ਭਾਵਪੂਰਨ ਟਿੱਪਣੀਆਂ ਕਰਦਿਆਂ ਉਸ ਦੀ ਕਵਿਤਾ ਉੱਤੇ ਅੰਗਰੇਜ਼ੀ ਕਵਿਤਾ ਦੇ ਅਚੇਤ ਪ੍ਰਭਾਵ ਬਾਰੇ ਵੀ ਗੱਲ ਕੀਤੀ ਹੈ। ਕਵੀ ਦੀ ਕਵਿਤਾ ਵਿੱਚ ਸਰਲਤਾ ਦੇ ਗੁਣ ਨੂੰ ਮੰਨਦਿਆਂ ਸਰਦਾਰ ਕਪੂਰ ਸਿੰਘ ਜਟਲਤਾ ਭਰਪੂਰ ਕਾਵ ਰਚਨਾਵਾਂ ਨੂੰ ਉਚੇਰੀ ਕਵਿਤਾ ਜਾਂ ਮਹਾਨ ਕਵਿਤਾ ਨਹੀਂ ਮੰਨਦੇ। ਆਪ ਦੀਆਂ ਮੋਹਨ ਸਿੰਘ ਦੀ ਕਵਿਤਾ ਬਾਰੇ ਕੀਤੀਆਂ ਇਹ ਟਿੱਪਣੀਆਂ ਅੱਜ ਵੀ ਪ੍ਰਮਾਣਿਕ ਆਲੋਚਨਾ ਦਾ ਉੱਤਮ ਨਮੂਨਾ ਹਨ। ਆਪ ਨੇ ਇਹ ਭੂਮਿਕਾ 1942 ਵਿੱਚ ਲਿਖੀ ਸੀ। ਪਾਠਕਾਂ ਦੀ ਜਾਣਕਾਰੀ ਹਿੱਤ ਅਤੇ ਸਾਂਭਣ ਦੀ ਭਾਵਨਾ ਨਾਲ ਇਸ ਨੂੰ ਇਸ ਸੰਗ੍ਰਹਿ ਵਿੱਚ ਪੁਨਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸੰਪਾਦਕ ਪੰਜ ਦਰਿਆ ਦਾ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਦਾ ਇੱਕ ਹੋਰ ਸੰਗ੍ਰਹਿ ਪੰਜਾਬੀ ਜਨਤਾ ਦੇ ਸਾਹਮਣੇ ਰੱਖਦਾ ਹੈ। ਉਸ ਦੀਆਂ ਪਹਿਲੀਆਂ ਰਚਨਾਵਾਂ ਦੇ ਰਸੀਏ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਇਸ ਸੰਗ੍ਰਹਿ ਵਿੱਚ ਵੀ ਰੰਗਾਂ ਦੀ ਉਹੀ ਭਿੰਨਤਾ ਤੇ ਸੁਗੰਧੀ ਦੀ ਉਹੀ ਬਹੁਲਤਾ ਦੇਖਣਗੇ। ਸਗੋਂ ਇੱਕ ਵਾਧਾ ਵੀ ਉਹ ਹੈ ਇੱਕ ਖਾਸ ਤਰ੍ਹਾਂ ਦੀ ਨਵੀਨਤਾ ਤੇ ਤਾਕਤ, ਜੋ ਨਾ ਸਿਰਫ ਕਵੀ ਦੀ ਵਧੇਰੇ ਪੱਕੀ ਤੇ ਰਸੀ ਹੋਈ ਸ਼ਖਸੀਅਤ ਦੀ ਸੂਚਕ ਹੈ, ਸਗੋਂ ਉਸ ਦੀ ਅਜੋਕੀ ਯੂਰਪੀਅਨ ਕਵਿਤਾ ਨਾਲ ਡੂੰਗੀ ਅਤੇ ਅਨੇਕ ਪੱਕੀ ਜਾਣਕਾਰੀ ਦਾ ਸਬੂਤ ਵੀ ਦਿੰਦੀ ਹੈ। ਇੱਕ ਗੀਤਕਾਰ ਦੇ ਤੌਰ ਉੱਤੇ ਤਾਂ ਉਹ ਅੱਗੇ ਹੀ ਆਪਣੀ ਤਾਕਤ ਪ੍ਰਗਟ ਕਰ ਚੁੱਕਾ ਹੈ, ਪਰ ਇਹਨਾਂ ਕਵਿਤਾਵਾਂ ਵਿੱਚ ਉਹ ਆਦਰਸ਼ਵਾਦ ਦੇ ਧੁੰਦਲੇ ਸੁਪਨਦੇਸ਼ਾਂ ਤੇ ਕਵੀ ਦੀ ਸੁਨਹਿਰੀ ਕਲਪਨਾ ਦੇ ਮੁਕਾਬਲੇ ਵਿੱਚ ਗਮ ਭਰੇ ਤਜਰਬੇ, ਮਾਇਆ ਦੀ ਅਸਥਿਰਤਾ ਅਤੇ ਜੀਵਨ ਦੀਆਂ ਸਖਤ ਹਕੀਕਤਾਂ ਦੀਆਂ ਤਿੱਖੀਆਂ ਅਤੇ ਅਪਤਰੀਆਂ ਨੋਕਾਂ ਦਾ ਵੀ ਜ਼ਿਕਰ ਕਰਦਾ ਹੈ। ਇਹ ਆਖਰੀ ਪਹਿਲੂ ਮੇਰੇ ਖਿਆਲ ਵਿੱਚ ਅੱਜ ਕੱਲ੍ਹ ਦੀ ਕਵਿਤਾ ਨੂੰ, ਜਿਵੇਂ ਕਿ ਉਹ ਉੱਤਰੀ ਯੂਰਪ ਦੇ ਦੇਸ਼ਾਂ ਵਿੱਚ ਸਮਝੀ ਜਾਂਦੀ ਹੈ, ਅਤੇ ਨਿਯਤ ਰੂਪਾਂ ਤੇ ਗਿਣੇ ਮਿੱਥੇ ਅਨੁਭਵਾਂ ਵਾਲੀ ਰਵਾਇਤੀ ਕਵਿਤਾ ਨੂੰ ਨਖੇੜਦਾ ਹੈ। ਦੂਸਰਾ, 16ਵੀਂ ਸਦੀ ਤੱਕ ਤਕਰੀਬਨ ਸਾਰੇ ਦਾ ਸਾਰਾ ਹਿੰਦੁਸਤਾਨੀ ਸਾਹਿਤ ਸੰਸਕ੍ਰਿਤ ਵਿੱਚ ਲਿਖਿਆ ਜਾਂਦਾ ਰਿਹਾ ਸੀ, ਪਰ ਇਸ ਦੇ ਬਾਅਦ ਕੁਦਰਤੀ ਤੌਰ ਉੱਤੇ ਭਾਰਤ ਦੀ ਪ੍ਰਤਿਭਾ ਹਿੰਦੁਸਤਾਨੀ ਜਨਤਾ ਦੀਆਂ ਬੋਲੀਆਂ ਵਿੱਚ ਉਜਾਗਰ ਹੋਣ ਲੱਗ ਪਈ। ਯੂਰਪੀਅਨ ਲੋਕਾਂ ਦੇ ਹਿੰਦੁਸਤਾਨ ਵਿੱਚ ਆਉਣ ਨਾਲ ਹਿੰਦੁਸਤਾਨੀ ਸਾਹਿਤ ਨੂੰ ਇੱਕ ਨਵੀਂ ਪ੍ਰੇਰਨਾ ਮਿਲੀ। ਪੰਜਾਬੀ ਵੀ ਇਸ ਅਸਰ ਤੋਂ ਬਚ ਨਾ ਸਕੀ। ਇਸ ਦੇ ਉਲਟ ਕਈ ਯੂਰਪੀਅਨ ਲੇਖ ਵੀ ਅਜਿਹੇ ਹੋਏ ਹਨ ਜਿਨ੍ਹਾਂ ਨੂੰ ਹਿੰਦੁਸਤਾਨ ਤੇ ਹਿੰਦੁਸਤਾਨੀ ਸਾਹਿਤ ਨੇ ਖਿੱਚ ਪਾਈ ਹੈ, ਅਤੇ ਜਿਨ੍ਹਾਂ ਨੇ ਹਿੰਦੁਸਤਾਨੀ ਜੀਵਨ ਤੇ ਸੱਭਿਆਚਾਰ ਬਾਰੇ ਆਪਣੇ ਅਨੁਭਵ ਅੰਗਰੇਜ਼ੀ ਬੋਲੀ ਵਿੱਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ। ਸਰ ਐਡਵਿਨ ਆਰਨਲਡ, ਜਿਸ ਨੇ ਆਪਣੀ ਪ੍ਰਸਿੱਧ ਕਵਿਤਾ ਲਾਈਟ ਆਫ ਏਸ਼ੀਆ ਹਿੰਦੁਸਤਾਨ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ। ਉਸ ਤੋਂ ਵੀ ਵਧੇਰੇ ਪ੍ਰਸਿੱਧ ਹੈਨਰੀ ਦੋਰਜ਼ੀਓ ਫਕੀਰੋਵ ਜੁੰਗੀਰਾ ਦਾ ਕਰਤਾ, ਤੇ ਇਸੇ ਤਰ੍ਹਾਂ ਕਈ ਹੋਰ ਹਨ ਜਿਨ੍ਹਾਂ ਨੇ ਹਿੰਦੁਸਤਾਨੀ ਸੋਮਿਆਂ ਤੋਂ ਮਸਾਲਾ ਲੈ ਕੇ ਉਸ ਨੂੰ ਹਿੰਦੁਸਤਾਨੀ ਨਮੂਨੇ ਮੁਤਾਬਿਕ ਢਾਲਿਆ। ਪਰ ਅੱਜ ਕੱਲ੍ਹ ਦੇ ਹਿੰਦੁਸਤਾਨੀ ਸਾਹਿਤ ਦਾ ਇਹ ਦਾਅਵਾ ਨਹੀਂ ਕਿ ਉਸਨੇ ਯੂਰਪ ਦੀ ਕਿਸੇ ਮਹਾਨ ਰਚਨਾ ਦੀ ਕਿਰਤ ਵਿੱਚ ਪ੍ਰੇਰਨਾ ਦਿੱਤੀ ਹੋਵੇ, ਭਾਵੇਂ ਇਹ ਆਪ ਬਹੁਤ ਹੱਦ ਤੱਕ ਕੀ ਰੰਗ ਤੇ ਕੀ ਬਣਤਰ ਦੋਹਾਂ ਪਹਿਲੂਆਂ ਤੋਂ ਅੱਜ ਕੱਲ੍ਹ ਦੇ ਯੂਰਪੀਅਨ ਲੇਖਕਾਂ ਦੀ ਰਚਨਾ ਦੀਆਂ ਨੀਹਾਂ ਤੇ ਉਸਰਿਆ ਹੋਇਆ ਹੈ। ਤੀਸਰਾ, ਕਈ ਲੋਕਾਂ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅੱਜ ਕੱਲ੍ਹ ਦੀ ਕਵਿਤਾ ਤੇ ਪੁਰਾਣੀ ਕਵਿਤਾ ਵਿੱਚ ਕੀ ਫਰਕ ਹੈ, ਪਰ ਜਿਵੇਂ ਮੈਂ ਇਸ ਗੱਲ ਨੂੰ ਦੇਖਦਾ ਹਾਂ, ਕਿਸੇ ਕਵੀ ਨੂੰ ਨਿਪਟ ਉਸਦੇ ਇਤਿਹਾਸਿਕ ਸਮੇਂ ਤੋਂ ਨਹੀਂ ਜਾਚਣਾ ਚਾਹੀਦਾ, ਜਿਸ ਵਿੱਚ ਕਿ
ਉਹ ਹੋਇਆ ਹੋਵੇ। ਸਗੋਂ ਦੇਖਣ ਤੇ ਜੋਖਣ ਵਾਲੀ ਗੱਲ ਇਹ ਹੈ ਕਿ ਉਹ ਆਪਣੇ ਸਮੇਂ ਦੀਆਂ ਅਨੁਭਵਾਂ ਨੂੰ ਕਿਤਨੀ ਕੁ ਸਫਲਤਾ ਨਾਲ ਕਵਿਤਾ ਵਿੱਚ ਪ੍ਰਗਟ ਕਰ ਸਕਿਆ ਹੈ। ਇਹੋ ਆਖਰੀ ਕਸੌਟੀ ਹੈ। ਇਹ ਨਹੀਂ ਕਿ ਕੋਈ ਕਵਿਤਾ ਕਿਸ ਰੂਪ ਵਿੱਚ ਹੈ, ਕਿ ਉਸ ਵਿੱਚ ਇਸ ਵਿਸ਼ੇ ਨੂੰ ਸੰਭਾਲਦੀ ਹੈ, ਕਿ ਉਸ ਨੂੰ ਇਹ ਕੀਮਤਾਂ ਧਾਰਨ ਕਰਦੀ ਹੈ, ਜਾਂ ਉਹ ਮੈਂ ਜੀ ਕੇ ਚੈਸਟਰਟਨ ਨਾਲ ਸਹਿਮਤ ਹਾਂ ਕਿ ਜੋ ਕੁਝ ਵੀ ਮਹਾਨ ਤਰੀਕੇ ਨਾਲ ਸੁੰਦਰ ਤੇ ਸੱਤਿਅ ਹੈ ਬਹੁਤ ਸਾਦਾ ਹੁੰਦਾ ਹੈ, ਗੀਤ ਵਾਂਗ ਸਾਦਾ। ਯਹਾਂ ਜਿਵੇਂ ਨੀਲੇ ਅਸਮਾਨ ਉੱਤੇ ਚਾਂਦੀ ਦੀ ਲਿਖਤ ਹੁੰਦੀ ਹੈ, ਔਖੀ ਤੇ ਗੁੰਝਲਦਾਰ ਚੀਜ਼ ਆਮ ਤੌਰ ਤੇ ਗਲਤ ਹੁੰਦੀ ਹੈ। ਮੋਹਨ ਸਿੰਘ ਦੇ ਹੱਕ ਵਿੱਚ ਇਹ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਉਹ ਆਪਣੀਆਂ ਇਨ੍ਹਾਂ ਕਵਿਤਾਵਾਂ ਵਿੱਚ ਔਖਾ ਤੇ ਗੁੰਝਲਦਾਰ ਹੋਏ ਬਿਨਾਂ ਨਵਾਂਪਨ ਲਿਆ ਸਕਣ ਵਿੱਚ ਬਹੁਤ ਸਫਲ ਰਿਹਾ ਹੈ। ਚੌਥਾ, ਆਪਣੀਆਂ ਪਹਿਲੀਆਂ ਕਵਿਤਾਵਾਂ ਵਿੱਚ ਮੋਹਨ ਸਿੰਘ ਬਹੁਤ ਕਰਕੇ ਸਵੈ ਪ੍ਰਕਾਸ਼ ਵਿੱਚ ਹੀ ਰੁੱਝਿਆ ਰਿਹਾ ਹੈ, ਪਰ ਇਹ ਕਵਿਤਾਵਾਂ ਪਕੇਰੀਆਂ ਅਤੇ ਅਜੋਕੇ ਸਮੇਂ ਦੇ ਤਿੱਖੇ ਤੇ ਤੀਬਰ ਵੇਗ ਮੁਤਾਬਿਕ ਹਨ, ਕਿਉਂਕਿ ਇਨ੍ਹਾਂ ਵਿੱਚ ਨਿਰੋਲ ਨਿੱਜੀ ਜਜ਼ਬੇ ਦੀ ਥਾਂ ਸਮਾਜਿਕ ਚੇਤਨਤਾ ਕੰਮ ਕਰ ਰਹੀ ਹੈ। ਅਤੇ ਇਸ ਤਰ੍ਹਾਂ ਦੀ ਕਵਿਤਾ ਦੀ ਕੋਮਲਤਾ ਵਿੱਚ ਭਾਵੇਂ ਫਰਕ ਪੈ ਗਿਆ ਹੋਵੇ, ਪਰ ਨਿਰੋਏਪਣ ਦਾ ਨਿਸ਼ਚਿਤ ਤੌਰ ਉੱਤੇ ਵਾਧਾ ਹੋ ਗਿਆ ਹੈ। ਉਸ ਦੀਆਂ ਕਵਿਤਾਵਾਂ ਨਿੱਕਾ ਰੱਬ, ਸਤਸੰਗ, ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ, ਮੋਹਨ ਸਿੰਘ ਦੇ ਨਵੇਂਪਨ, ਵਿਚਾਰ ਦੀ ਗਹਿਰਾਈ ਤੇ ਜਾਤੀ ਦੀ ਚੇਤਨਤਾ ਵਾਲੀ ਕਵਿਤਾ ਦੀਆਂ ਚੰਗੀਆਂ ਮਿਸਾਲਾਂ ਹਨ। ਪਰ ਘੱਟੋ ਘੱਟ ਮੈਂ ਅਜੇ ਵੀ ਮੰਨਦਾ ਹਾਂ ਕਿ ਮੋਹਨ ਸਿੰਘ ਦੀ ਕਵਿਤਾ ਸਭ ਤੋਂ ਉੱਚੀ ਸਿਖਰ ਤੇ ਉਦੋਂ ਦੀ ਹੁੰਦੀ ਹੈ ਜਦੋਂ ਉਹ ਪੋਠੋਹਾਰ ਤੇ ਉੱਚੇ ਨੀਵੇਂ ਮੈਦਾਨਾਂ ਵਿੱਚੋਂ ਜੰਗਲੀ ਫੁੱਲ ਇਕੱਠੇ ਕਰ ਰਿਹਾ ਹੁੰਦਾ ਹੈ। ਉਹਨਾਂ ਲੰਬੀਆਂ ਕਣਕ ਰੰਗੀਆਂ ਕੁੜੀਆਂ ਦੇ ਵਾਲਾਂ ਦੀਆਂ ਸਪਰੰਗੀਆਂ ਮਿੱਡੀਆਂ ਨੂੰ ਸ਼ਿੰਗਾਰਨ ਲਈ, ਜਿਨ੍ਹਾਂ ਦੀਆਂ ਨਾੜਾਂ ਵਿੱਚ ਅੱਜ ਤੀਕ ਗੰਧਾਰ ਵਾਦੀ ਦੇ ਰਸਿਕ ਬਜ਼ੁਰਗਾਂ ਦਾ ਖੂਨ ਵਹਿ ਰਿਹਾ ਹੈ। ਉਹ ਫੁੱਲ ਜਿਨ੍ਹਾਂ ਵਿੱਚੋਂ ਅਜੇ ਤੀਕ ਕਦੰਬਰੀ, ਕਾਲੀਦਾਸ ਦੇ ਮੇਘਦੂਤ, ਭਰਤਰੀ ਹਰੀ ਦੇ ਸ਼ਿੰਗਾਰ ਤੱਕ, ਜੈਦੇਵ ਦੇ ਗੀਤ ਗੋਬਿੰਦ, ਵਾਰਿਸ ਸ਼ਾਹ ਦੀ ਹੀਰ, ਬੁੱਲੇ ਦੀਆਂ ਕਾਫੀਆਂ ਅਤੇ ਗੁਰੂ ਅਰਜਨ ਦੇ ਪਿਆਰ ਤੇ ਬਿਰਹੋਂ ਦੇ ਸ਼ਬਦਾਂ ਦੀ ਸੁਗੰਧੀ ਪਈ ਆਉਂਦੀ ਹੈ। ਇਸੇ ਵੰਨਗੀ ਦੀ ਯਾਦ ਤਾਜ਼ਾ ਕਰਨ ਵਾਲੇ ਕਈ ਬਿਲਕੁਲ ਸਾਫ਼ ਤੌਰ ਉੱਤੇ ਤੇ ਕਈ ਧੁੰਦਲੇ ਤੌਰ ਉੱਤੇ ਹਨ। ਮੋਹਨ ਸਿੰਘ ਦੇ ਖੂਬਸੂਰਤ ਗੀਤ ਕਹੇ ਤੱਕ, ਬੈਠਾ ਮੈਂ ਨੈਣ, ਗੱਲ ਸੁਣੀ ਜਾ, ਕੋਈ ਆਇਆ ਸਾਡੇ ਵਿਹੜੇ। ਪੰਜਵਾਂ, ਮੋਹਨ ਸਿੰਘ ਵਿੱਚ ਉਹ ਸਭ ਗੁਣ ਮੌਜੂਦ ਹਨ ਜੋ ਕਿਸੇ ਮਹਾਕਵੀ ਲਈ ਜ਼ਰੂਰੀ ਹਨ। ਕਿਸੇ ਕੋਲ ਕਲਪਨਾ ਵੀ ਹੈ ਤੇ ਤਜਰਬਾ ਵੀ। ਉਸ ਨੂੰ ਭਾਵਾਂ ਦੀ ਪ੍ਰਗਟ ਕਰਨ ਦਾ ਹੁਨਰ ਵੀ ਆਉਂਦਾ ਹੈ, ਅਤੇ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਉਸ ਨੇ ਇਸ ਕੰਮ ਲਈ ਆਪਣੀ ਭਾਸ਼ਾ ਪੰਜਾਬੀ ਨੂੰ ਹੀ ਚੁਣਿਆ ਹੈ। ਉਸ ਨੂੰ ਕਵਿਤਾ ਦੇ ਵਿਸ਼ੇ ਦੀ ਬਹੁਤ ਸੂਝ ਹੈ ਅਤੇ ਉਸ ਵਿੱਚੋਂ ਲੋੜ ਅਨੁਸਾਰ ਤਿਆਗ ਤੇ ਗ੍ਰਹਿਣ ਕਰਨ ਦੀ ਬਹੁਤ ਬਰੀਕ ਤਮੀਜ਼। ਜੀਵਨ ਦਾ ਤਜਰਬਾ, ਹੋਰ ਤਜਰਬਾ, ਆਪਣੇ ਬੀਤੇ ਤੇ ਉਸ ਸਮੇਂ ਦੀਆਂ ਜੜ੍ਹਾਂ ਨਾਲ, ਜਿੱਥੋਂ ਤੱਕ ਕਿ ਉਸਦੇ ਕਾਵ ਜਜ਼ਬੇ ਫੁੱਟਦੇ ਹਨ, ਨਿਤ ਵੱਧਦੀ ਵਾਕਫੀ ਅਤੇ ਸਭ ਤੋਂ ਵੱਧ ਕੇ ਕਲਾਬੱਧਤਾ ਤੇ ਨੇਕ ਨੀਅਤੀ ਆਦਿ ਗੁਣ ਮੋਹਨ ਸਿੰਘ ਨੂੰ ਇੱਕ ਐਸਾ ਕਵੀ ਬਣਾਉਣ ਦੀ ਸੰਭਾਵਨਾ ਰੱਖਦੇ ਹਨ ਜਿਸ ਦੀ ਰਚਨਾ ਸ਼ਾਇਦ ਉਸਦੇ ਨਾ ਰਹਿਣ ਦੇ ਬਾਅਦ ਵੀ ਰਹਿ ਸਕੇ। ਹੁਣ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਦਾ ਆਖਰੀ ਅਧਿਆਇ, ਸਰਦਾਰ ਕਪੂਰ ਸਿੰਘ ਜੀ ਦੀ ਅਹਿਮ ਭੂਮਿਕਾ, ਜਿਸ ਵਿੱਚ ਸੰਪਾਦਕ ਗੁਰਮੁਖ ਸਿੰਘ ਨੇ ਲੇਖਕ ਸਰਦਾਰ ਕਪੂਰ ਸਿੰਘ ਜੀ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਕਾਵ ਸੰਗ੍ਰਹਿ ਦੀ ਜੋ ਭੂਮਿਕਾ ਲਿਖੀ ਗਈ ਸੀ, ਉਸ ਨੂੰ ਹੂ-ਬਹੂ ਇਸ ਅਧਿਆਇ ਵਿੱਚ ਸ਼ਾਮਿਲ ਕੀਤਾ ਹੈ। ਸੰਪਾਦਕ ਨੇ ਦੱਸਿਆ ਕਿ ਲੇਖਕ ਸਰਦਾਰ ਕਪੂਰ ਸਿੰਘ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਬਾਰੇ ਲਿਖਿਆ ਕਿ ਮੋਹਨ ਸਿੰਘ ਦੀ ਕਵਿਤਾ ਤੇ ਅੰਗਰੇਜ਼ੀ ਕਵਿਤਾ ਦਾ ਅਚੇਤ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ। ਲੇਖਕ ਸਰਦਾਰ ਕਪੂਰ ਸਿੰਘ ਵੱਲੋਂ ਆਪ 1942 ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀ ਭੂਮਿਕਾ ਲਿਖ ਕੇ ਮੋਹਨ ਸਿੰਘ ਦੀ ਕਾਵ ਪ੍ਰਤਿਭਾ ਨੂੰ ਤਸਲੀਮ ਕੀਤਾ ਹੈ। ਸੰਪਾਦਕ ਨੇ ਪਾਠਕਾਂ ਦੀ ਜਾਣਕਾਰੀ ਹਿੱਤ ਅਤੇ ਸਾਂਭਣ ਦੀ ਭਾਵਨਾ ਨਾਲ ਇਸ ਸੰਗ੍ਰਹਿ ਨੂੰ ਪੁਨਰ ਪ੍ਰਕਾਸ਼ਿਤ ਕੀਤਾ ਹੈ। YouTube ਚੈਨਲ ਅਕਾਲ ਆਡੀਓ ਬੁੱਕਸ ਦੇ ਹੁਣ ਤੱਕ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਦੇ ਵੱਖ-ਵੱਖ ਵਿਸ਼ਿਆਂ ਤੇ ਆਧਾਰਿਤ ਅਧਿਆਇ, ਜਿਸ ਦੇ ਸੰਪਾਦਕ ਨੇ ਗੁਰਮੁਖ ਸਿੰਘ ਜੀ PhD ਅਤੇ ਕਿਤਾਬ ਦੇ ਪ੍ਰਕਾਸ਼ਕ ਹਨ
ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਹੁਣ ਜਲਦੀ ਹੀ ਲੈ ਕੇ ਆਵਾਂਗੇ ਕਿਸੇ ਹੋਰ ਸਿੱਖ ਵਿਦਵਾਨ ਦੀ ਸਿੱਖੀ ਤੇ ਆਧਾਰਿਤ ਰਚਨਾ। ਤਦ ਤੱਕ ਲਈ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਜਾਣ ਤੋਂ ਪਹਿਲਾਂ ਜਾਂਦੇ ਜਾਂਦੇ YouTube ਚੈਨਲ ਅਕਾਲ ਆਡੀਓ ਬੁੱਕਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ।